ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਇੱਕ ਅਜਿਹੀ ਅਨਾਉਂਸਮੈਂਟ ਜਿਹੜੀ ਪਹਿਲਾਂ ਹੋਈ ਸੀ ਉਸ ਦੇ ਅਨੁਸਾਰ ਲੁਧਿਆਣਾ ਵਿਖੇ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦਾ ਸੈਂਟਰ ਖੁੱਲ੍ਹ ਗਿਆ। ਓਪਨਿੰਗ ਹੋ ਚੁੱਕੀ ਹੈ, ਉਦਘਾਟਨ ਹੋ ਚੁੱਕਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਜਿਹੜੇ ਨੇ ਇੱਥੇ ਆਏ ਨੇ, ਸੁਖਮਨੀ ਸਾਹਿਬ ਦਾ ਪਾਠ ਹੋਇਆ ਤੇ ਉਸ ਤੋਂ ਬਾਅਦ ਸੰਗਤ ਜਿਹੜੀ ਹੈ ਉਹਨਾਂ ਨੇ ਬੜੇ ਹੀ ਪਿਆਰ ਦੇ ਨਾਲ ਜਿਹੜਾ ਉਹ ਵਾਹਿਗੁਰੂ ਨਾਮ ਦਾ ਜਾਪ ਕਮਰ ਗਰੇਵਾਲ ਜੀ ਦੇ ਮੂੰਹੋਂ ਜਿਹੜਾ ਜਿਸ ਤਰ੍ਹਾਂ ਉਚਾਰਨ ਹੋਇਆ ਉਹਦਾ ਆਨੰਦ ਮਾਣਿਆ ਤੇ ਸ਼ੁਰੂਆਤ ਹੋ ਚੁੱਕੀ ਹੈ। ਮੇਰੇ ਨਾਲ ਨੇ ਜਿਹੜੇ ਬੜੇ ਪ੍ਰਸਿੱਧ ਗਾਇਕ ਕਮਰ ਗਰੇਵਾਲ ਜੀ, ਇਹਨਾਂ ਨੂੰ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਸੱਦਿਆ ਗਿਆ ਸੀ ਤੇ ਇਹਨਾਂ ਵੱਲੋਂ ਹੀ ਇੱਥੇ ਆ ਕੇ ਜਿਹੜਾ ਉਦਘਾਟਨ ਕੀਤਾ ਗਿਆ। ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ ਜੁੜੇ ਹੋ ਤੇ ਕਿੱਦਾਂ ਅੱਗੇ ਜਿਹੜਾ ਉਹ ਇਲਾਜ ਜਿਹੜਾ ਉਹ ਸ਼ੁਰੂ ਹੋਇਆ। ਗਰੇਵਾਲ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਵੱਡੇ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਗਰੇਵਾਲ ਸਾਹਿਬ, ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦਾ ਸੈਂਟਰ ਜਿਹੜਾ ਉਹ ਮੋਗਾ 'ਚ ਸੀਗਾ, ਤੁਸੀਂ ਕਿੱਦਾਂ ਜੁੜ ਗਏ ਉਹਨਾਂ ਨਾਲ? ਮੈਂ ਪੇਸ਼ੈਂਟ ਆ ਬਾਈ ਹੋਰਾਂ ਦਾ। ਅਸਲ 'ਚ ਮੇਰੇ ਬੇਬੇ ਜੀ ਹੋਣੀ ਨਾ YouTube ਥਰੂ ਬਾਈ ਹੋਰਾਂ ਨੂੰ ਸੁਣਿਆ ਸੀ ਉਹਨਾਂ ਨੇ, ਤਾਂ ਉਹਨਾਂ ਨੇ ਮੇਰੇ ਕੋਲ ਕਈ ਵਾਰੀ ਪਹਿਲਾਂ ਵੀ ਜ਼ਿਕਰ ਕੀਤਾ ਸੀ ਐਂ ਕਰਕੇ ਵੀ ਇੱਕ ਨਵੀਂ ਉਮਰ ਦਾ ਜਵਾਨ ਜਿਹਾ ਮੁੰਡਾ ਹੈ ਤੇ ਡਾਕਟਰ ਹੈ ਤੇ ਬੜੀਆਂ ਸੋਹਣੀਆਂ ਗੱਲਾਂ ਉਹਨਾਂ ਤੋਂ ਸਿੱਖਣ ਨੂੰ ਮਿਲਦੀਆਂ। ਤਾਂ ਉਹ ਚੱਲਦਿਆਂ ਚਲੋ ਇੱਕ ਦਿਨ ਮੇਰੀ ਵੀ ਅੱਕ ਦੇ ਗਲੇ ਨੂੰ ਲੈ ਕੇ ਜਾਂ ਸਿਹਤ ਨੂੰ ਲੈ ਕੇ ਥੋੜ੍ਹਾ ਬਹੁਤ ਤੁਹਾਨੂੰ ਪਤਾ ਗਵਈਆਂ ਦਾ ਕਈ ਵਾਰੀ ਹੁਣ ਖਾਣੇ ਇਹਨਾਂ ਤੋਂ ਝੜਕਾਂ ਹੀ ਪੈਂਦੀਆਂ ਖੈਰ ਵੀ ਰਾਤ ਨੂੰ 2 ਵਜੇ ਕੌਣ ਰੋਟੀ ਖਾਂਦਾ। ਕਈ ਵਾਰੀ ਹੱਸਦੇ ਹੁੰਦੇ ਵੀ ਹੁਣ ਜਦੋਂ ਗਾ ਕੇ 10 ਤੋਂ 1 ਹਟੇ ਆ ਰਾਤ ਨੂੰ ਪ੍ਰੋਗਰਾਮ ਹੈ ਮੰਨ ਲਓ ਤਾਂ ਘੰਟਾ ਕੁ ਫਿਰ ਸਰੀਰ ਨੂੰ ਸਟੇਬਲ ਹੋਣ 'ਤੇ ਲੱਗ ਜਾਂਦਾ। ਤਾਂ ਉਹੀ ਮਾੜਾ ਮੋਟਾ ਖਾਣੇ ਉਲਟ ਸੁਲਟ ਹੋ ਗਏ, ਕੋਈ ਨੀਂਦ ਘੱਟ ਗਈ, ਕਦੇ ਕੁਛ ਤਾਂ ਚੱਲਦਾ ਰਹਿੰਦਾ। ਉਸੇ ਸੰਦਰਭ 'ਚ ਮੈਂ ਫਿਰ ਬੇਬੇ ਜੀ ਨੂੰ ਕਹਿ ਕੇ ਆਪਾਂ ਬਾਈ ਹੋਰਾਂ ਕੋਲ ਚੱਲੀਏ। ਤਾਂ ਸਰੀਰ 'ਚ ਕੀ ਬਦਲਾਅ ਆਇਆ ਸੀ? ਯਾਨੀ ਨੀਂਦ ਨਹੀਂ ਆ ਰਹੀ ਸੀ, ਗਲੇ 'ਚ ਖਰਾਬੀ ਸੀ ਜਾਂ ਫਿਰ ਕੁਝ ਪੁੱਠਾ ਸਿੱਧਾ ਖਾ ਲਿਆ ਸੀ? ਕੀ ਖਰਾਬੀ ਆਈ ਸੀ ਜਿਹੜੀ ਡਾਕਟਰ ਸਾਹਿਬ ਨੂੰ ਮਿਲੇ ਸੀ? ਨਹੀਂ, ਸਾਡੇ ਰੋਗ ਲੰਬੇ ਨੇ, ਸਾਡੀਆਂ ਮਰਜ਼ਾਂ ਪੁਰਾਣੀਆਂ ਨੇ। ਸੋ ਅਜੇ ਬਾਕੀ ਇਹ ਹੈ ਕਿ ਮੈਂ ਤਾਂ ਹਜੇ ਮੇਰੇ ਖਿਆਲ 'ਚ 20 ਦਿਨ ਦਾ ਟ੍ਰੀਟਮੈਂਟ ਬਾਈ 20 ਦਿਨ ਹੋ ਗਏ। ਤਾਂ ਇਹਨਾਂ ਨੇ ਮੈਨੂੰ ਪਹਿਲੇ ਦਿਨ ਹੀ ਕਹਿਤਾ ਸੀ ਕਮਰ 90 ਦਿਨ ਤੋਂ ਪਹਿਲਾਂ ਤੂੰ ਮੇਰੇ ਨਾਲ ਗੱਲ ਨਹੀਂ ਕਰਨੀ। ਜਿਵੇਂ ਮੋਸਟਲੀ ਸਾਡੇ ਲੋਕ ਕਰਦੇ ਹੁੰਦੇ ਨਾ, ਜਿਵੇਂ ਆਪਾਂ ਐਲੋਪੈਥੀ ਦੀ ਇੱਕ ਗੋਲੀ ਲੈਂਦੇ ਹਾਂ ਤਾਂ ਉਹ 5-7 ਮਿੰਟਾਂ ਦੇ ਵਿੱਚ ਹੀ ਆਪਦਾ ਅਸਰ ਕਰ ਦਿੰਦੀ ਹੈ। ਉਹ ਹੁਣ ਅਸਰ ਕਿਸ ਤਰ੍ਹਾਂ ਕਰਦੀ ਹੈ ਉਹ ਜਾਣਨ ਵਾਲੇ ਜਾਣਦੇ ਆ। ਉਹ ਰੋਗ ਨੂੰ ਦਬਾਉਂਦੀ ਹੈ ਜਾਂ ਫਿਰ ਜੜੋਂ ਖ਼ਤਮ ਕਰਦੀ ਹੈ। ਤਾਂ ਉਹ ਇੱਕ ਵਾਰੀ ਦੱਬ ਜ਼ਰੂਰ ਲੈਂਦੀ ਹੈ। ਇਹਨਾਂ ਨੇ ਕਿਹਾ ਸੀ ਕਿ 90 ਦਿਨ ਮੇਰਾ ਕੋਰਸ ਹੈ, ਤਾਂ 90 ਦਿਨ ਤੂੰ ਪ੍ਰੋਪਰ ਦਵਾਈ ਲੈ ਤੇ ਉਸ ਤੋਂ ਬਾਅਦ ਜੋ ਵੀ ਤੈਨੂੰ ਲੱਗਦਾ ਤੇਰੇ ਸਰੀਰ 'ਚ ਕੋਈ ਮਾੜੀ ਮੋਟੀ ਵਾਧ ਘਟ ਹੈਗੀ ਹੈ ਉਹ ਪ੍ਰੋਪਰ ਠੀਕ ਹੋ ਜਾਣੀ। ਸੋ ਮੈਂ ਉਸੇ ਨੇਚਰ ਨਾਲ ਮੈਂ ਵੀ ਮੈਡੀਸਨ ਲੈ ਰਿਹਾ। ਸੋ ਉਸੇ ਸੰਦਰਭ 'ਚ ਉੱਥੇ ਹੀ ਗੱਲ ਹੋਈ ਸੀ। ਬਾਈ ਹੁਣੀ ਕਹਿੰਦੇ ਸੀ ਕਿ ਹੁਣ ਪੇਸ਼ੈਂਟ ਨਾ ਬਹੁਤ ਵਧੀ ਜਾਂਦੇ ਆ ਮੋਗੇ ਵੀ। ਉੱਥੇ ਵੀ ਅਸੀਂ ਦੇਖਦੇ ਹਾਂ, ਸਾਨੂੰ ਵੀ ਰਾਤ ਨੂੰ ਟਾਈਮ ਮਿਲਦਾ ਇਹਨਾਂ ਕੋਲ, ਤਾਂ ਦਿਨ ਵੇਲੇ ਇੰਨੀ ਕੁ ਜ਼ਿਆਦਾ ਉੱਥੇ ਭੀੜ ਹੁੰਦੀ ਹੈ। ਸੋ ਉਸ ਦਿਨ ਕਹਿ ਰਹੇ ਸੀ, ਕਹਿੰਦੇ ਵੀ ਅਸੀਂ ਲੁਧਿਆਣੇ ਵੀ ਇੱਕ ਆਪਣਾ ਸੈਂਟਰ ਖੋਲ੍ਹ ਰਹੇ ਹਾਂ। ਸੋ ਸਾਨੂੰ ਵੀ ਸੀ ਕਿ ਅਸੀਂ ਆਈਏ ਜ਼ਰੂਰ। ਤਾਂ ਇੱਥੇ ਅਨਾਊਂਸਮੈਂਟ ਹੋ ਸਕਦੀ ਹੈ ਤੁਹਾਡੇ ਵਰਗੇ ਭਰਾਵਾਂ ਜ਼ਰੀਏ, ਮੀਡੀਆ ਜ਼ਰੀਏ ਇੱਥੇ ਲੁਧਿਆਣੇ ਸ਼ਹਿਰ 'ਚ ਆਸੇ ਪਾਸੇ ਦੇ ਪਿੰਡਾਂ 'ਚ ਪਤਾ ਲੱਗੂਗਾ। ਬਾਈ ਮੋਟੀ ਜੀ ਗੱਲ ਇਹ ਹੈ, ਜੇ ਤੁਸੀਂ ਮੈਨੂੰ ਪ੍ਰੋਪਰ ਗ੍ਰਾਮੈਟੀਕਲੀ ਪੁੱਛੋ ਤਾਂ ਮੈਨੂੰ ਨਹੀਂ ਪਤਾ ਇਹਨਾਂ ਡਿਟੇਲ 'ਚ, ਪਰ ਮੈਨੂੰ ਇੰਨਾ ਜ਼ਰੂਰ ਪਤਾ ਕਿ ਬਾਈ ਹੋਰੀ ਜਿਹੜੀਆਂ ਚੀਜ਼ਾਂ ਨਾਲ ਟਰੀਟਮੈਂਟ ਕਰ ਰਹੇ ਆ ਹੈ ਨਾ, ਉਹ ਇੱਦਾਂ ਲੱਗਦਾ ਕਿ ਉਹ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੇ, ਉਹ ਸਾਡੇ ਆਸੇ ਪਾਸੇ ਨੇ। ਤਾਂ ਉਹ ਲੱਗਦਾ ਕਿ ਖਾਲਸ ਇੱਕ ਸ਼ੁੱਧ ਜਿਹਾ ਇਲਾਜ ਜਿਹੜਾ ਇੱਕ ਡਾਕਟਰ ਨੂੰ ਕਰਨਾ ਚਾਹੀਦਾ ਹੈ, ਕਿ ਨੁਕਸਾਨ ਕੋਈ ਨਹੀਂ ਹੈ, ਫਾਇਦੇ ਹੀ ਫਾਇਦੇ ਨੇ। ਸੋ ਉਸੇ ਸੰਦਰਭ ਕਰਕੇ ਮੈਨੂੰ ਲੱਗਦਾ ਸੀ ਕਿ ਇਹੋ ਜਿਹੇ ਸੱਜਣਪੁਰ ਸਾਡੇ ਵੱਡੇ ਭਰਾ ਆਉਣੇ ਚਾਹੀਦੇ ਅੱਗੇ। ਔਰ ਮੈਨੂੰ ਲੱਗਦਾ ਕਿ ਸਾਡੇ ਪਰਿਵਾਰ ਨੂੰ ਰੋਗੀ ਤਾਂ ਬਾਈ ਜੀ ਸਾਰੇ ਹੀ ਹੈ ਹੈ ਨਾ, ਇੱਥੇ ਕੋਈ ਵੀ ਠੀਕ ਨਹੀਂ ਹੈ। ਪਰ ਲੱਗਦਾ ਹੈ ਕਿ ਇਲਾਜ ਜੇ ਉਹੀ ਜੋ ਰੱਬ ਨੇ ਸਾਨੂੰ ਨਿਆਮਤਾਂ ਬਖਸ਼ੀਆਂ ਹੋਈਆਂ ਉਹਨਾਂ 'ਚੋਂ ਇਹਨਾਂ ਦਰਖਤਾਂ ਰਾਹੀਂ ਹੋ ਜਾਏ, ਪੱਤਿਆਂ ਰਾਹੀਂ ਹੋ ਜਾਏ, ਸਾਡੇ ਫਲਾਂ ਰਾਹੀਂ ਹੋ ਜਾਏ ਜਾਂ ਸਾਡੇ 5 ਤੱਤਾਂ ਰਾਹੀਂ ਹੋ ਜਾਏ, ਇਹਨਾਂ ਰਾਹੀਂ ਜੇ ਸਾਡੇ ਇਲਾਜ ਹੁੰਦੇ ਆ ਤਾਂ ਮੈਨੂੰ ਲੱਗਦਾ ਕਿ ਅਸੀਂ ਫਿਰ ਇਹ ਸੌਦਾ ਬਹੁਤ ਖਰਾ ਹੈ। ਸੋ ਇਸ ਕਰਕੇ ਬਾਈ ਹੋਰਾਂ ਨੂੰ ਅਸੀਂ ਤਾਂ ਕਹਿੰਦੇ ਕਿ ਵਧਾਈ ਦਿੰਦੇ ਇਸ ਚੀਜ਼ ਦੀ ਕਿ ਤੁਸੀਂ ਇੰਨੀ ਸੋਹਣੀ ਸੇਵਾ ਕਰ ਰਹੇ ਹੋ, ਕਿ ਰੋਗੀ ਤਾਂ ਅਸੀਂ ਹੈਗੇ ਹਾਂ ਪਰ ਸਾਨੂੰ ਠੀਕ ਕਰਨ ਦਾ ਜਿਹੜਾ ਜ਼ਰੀਆ ਤੁਹਾਡੇ ਕੋਲ ਉਹ ਰੱਬ ਵਰਗਾ ਹੈ। ਸੋ ਇਸ ਕਰਕੇ ਕਹਿੰਦੇ ਹਾਂ ਕਿ ਸਾਰਿਆਂ ਨੂੰ ਇਹਨਾਂ ਇਹੋ ਜਿਹੇ ਡਾਕਟਰਾਂ ਦੇ ਨਾਲ ਜੁੜਨਾ ਚਾਹੀਦਾ ਅਤੇ ਆਪਣਾ ਇਲਾਜ ਕਰਾ ਕੇ। ਅਤੇ ਅੱਗੇ ਜਿਹੜੀ ਇੱਕ ਇਹਨਾਂ ਦੀ ਹੋਰ ਖੂਬੀ ਜਿਹੜੀ ਇਹ ਹੈ ਕਿ ਇਹ ਫਿਰ ਬੰਦੇ ਨੂੰ ਆਪ ਡਾਕਟਰ ਬਣਾ ਦਿੰਦੇ ਆ। ਹੁਣ ਜਿਸ ਤਰ੍ਹਾਂ ਕਿ ਮੇਰੀ ਤੀਜੀ ਬੈਠਕ ਬਾਈ ਹੋਰਾਂ ਕੋਲ ਅੱਜ ਤੀਸਰੀ ਵਾਰੀ ਮਿਲ ਰਹੇ ਹਾਂ ਅਸੀਂ। ਪਹਿਲਾਂ 2 ਵਾਰੀ ਵੀ ਜਿਹੜਾ ਅਸੀਂ ਮੋਗੇ ਉੱਥੇ ਕਲੀਨਿਕ ਦੇ ਵਿੱਚ ਜਾ ਕੇ ਇਹਨਾਂ ਕੋਲ ਬੈਠ ਕੇ ਆਏ ਹਾਂ, ਤਾਂ ਘੰਟਾ ਜਦੋਂ ਇਹਨਾਂ ਦੀਆਂ ਗੱਲਾਂ ਵੀ ਸੁਣਦੇ ਹਾਂ ਅਸੀਂ ਬੈਠ ਕੇ, ਤਾਂ ਉਹ 'ਚ ਮੈਨੂੰ ਲੱਗਦਾ ਕਿ ਪੇਸ਼ੈਂਟ ਵੀ ਹੌਲੀ ਹੌਲੀ ਜਦੋਂ 4-5 ਬੈਠ ਕੇ ਇਹਨਾਂ ਨਾਲ ਕਰਦਾ ਤਾਂ ਆਪਣੇ ਆਪ ਨੂੰ ਪਤਾ ਲੱਗਣ ਲੱਗ ਜਾਂਦਾ ਕਿ ਕੁਦਰਤ ਸਾਨੂੰ ਕਿਸ ਤਰ੍ਹਾਂ ਕਿਹੜੀਆਂ ਚੀਜ਼ਾਂ ਉਹ ਜਿਨ੍ਹਾਂ ਦੀ ਕੋਲੈਬੋਰੇਸ਼ਨ ਦੇ ਨਾਲ ਅਸੀਂ ਇੱਕ ਮੈਡੀਸਨ ਤਿਆਰ ਕਰ ਸਕਦੇ ਹਾਂ ਅਤੇ ਉਹ ਸਾਨੂੰ ਠੀਕ ਕਰ ਸਕਦੀ ਹੈ। ਸੋ ਇਹ ਪੇਸ਼ੈਂਟ ਨੂੰ ਫਿਰ ਹੌਲੀ ਹੌਲੀ ਡਾਕਟਰ ਬਣਾ ਕੇ ਤੋਰਦੇ ਆ ਜੀ। ਗਰੇਵਾਲ ਸਾਹਿਬ, ਕੁਦਰਤ ਦੇ ਬਹੁਤ ਨੇੜੇ ਹੋ ਕੇ ਤੁਸੀਂ ਗਾਇਕੀ ਵੀ ਤੁਹਾਡੀ ਕੁਦਰਤ ਦੇ ਬਹੁਤ ਨੇੜੇ ਹੋ ਕੇ ਹੈ। ਰੱਬੀ ਜਿਹੜੀ ਗਾਇਕੀ ਤੁਸੀਂ ਗਾਉਂਦੇ ਹੋ, ਸੂਫੀਆਨਾ ਕਲਾਮ ਜਿਹੜੇ ਅਕਸਰ ਤੁਹਾਡੀ ਜਿਹੜੀ ਗਾਇਕੀ 'ਤੇ ਦੇਖਣ ਨੂੰ ਮਿਲਦੇ ਨੇ, ਅਤੇ ਅੰਗਰੇਜ਼ੀ ਦਵਾਈਆਂ ਛੱਡ ਕੇ ਤੇ ਡਾਕਟਰ ਭੁੱਲਰ ਹੋਣਾ ਨਾਲ ਜੁੜਨ ਦਾ ਵੀ ਕਿਤੇ ਇਹੀ ਕਾਰਨ ਸੀ ਵੀ ਖਾਲਿਸ ਚੀਜ਼ਾਂ ਦੇ ਨਾਲ ਹੀ ਜੁੜਿਆ ਜਾਵੇ, ਖਾਲਿਸ ਜਿਹੜੀ ਗਾਇਕੀ ਵੀ ਖਾਲਿਸ ਤੇ ਦਵਾਈ ਵੀ ਖਾਲਿਸ? ਦੇਖੋ ਬਾਈ ਜੀ, ਤਾਂ ਹਾਲਾਤ ਬਣਦੇ ਹੁੰਦੇ ਆ।
ਹੈ ਨਾ। ਜਿਸ ਤਰ੍ਹਾਂ ਬੇਬੇ ਜੀ ਹੋਰਾਂ ਨੇ ਬਾਈ ਜੀ ਹੋਰਾਂ ਨੂੰ ਸੁਣ ਲਿਆ ਤਾਂ ਉਹਨਾਂ ਨੂੰ ਚੰਗਾ ਲੱਗਿਆ, ਤਾਂ ਫਿਰ ਬੇਬੇ ਜੀ ਹੁਣੀ ਮੇਰੇ ਤੋਂ ਪਹਿਲਾਂ ਵੀ ਇੱਕ ਵਾਰੀ ਜਾ ਕੇ ਆਏ ਸੀ ਵੀਰ ਹੋਰਾਂ ਕੋਲੇ ਮੋਗੇ, ਤਾਂ ਉਹ ਮੈਨੂੰ ਕਹਿੰਦੇ ਸੀ ਪੁੱਤ ਵੀ ਮੈਂ ਤੈਨੂੰ ਇੱਕ ਦਿਨ ਲੈ ਕੇ ਚੱਲਣਾ ਜ਼ਰੂਰ। ਸੋ ਬਸ ਇਦਾਂ ਹੀ ਉਹ ਕਹਿੰਦੇ ਹੁੰਦੇ ਹਾਲਾਤ ਬਣਦੇ ਆ ਬਾਈ ਜੀ ਹਰ ਇੱਕ। ਅੱਛਾ, ਬੇਬੇ ਉਹਨਾਂ ਨੇ ਬੁਲਾਇਆ ਕਿ ਤੁਸੀਂ ਆਪ ਆਏ? ਇਹ ਦੱਸੋ। ਨਹੀਂ ਪਹਿਲੇ ਦਿਨ ਅਸਲ 'ਚ ਬੇਬੇ ਜੀ ਹੋਰਾਂ ਨੇ, ਅੱਜ ਬੇਬੇ ਜੀ ਹੁਣੀ ਆਏ ਹੋਏ ਨੇ ਇੱਥੇ ਵੀ ਆਏ ਹੋਏ ਨੇ, ਉਹ ਬਾਹਰ ਬੈਠੇ ਹੋਏ ਨੇ ਉਧਰ। ਜੀ ਲਾਜ਼ਮੀ। ਤਾਂ ਬਸ ਰੌਲਾ ਇੱਕ ਹੀ ਹੈ ਜੀ, ਹੁਣ ਮੇਰੀ ਬੇਬੇ ਮੈਨੂੰ ਰੱਬ ਵਰਗੀ ਹੈ ਨਾ, ਮੈਂ ਰੱਬ, ਹਾਂਜੀ ਸਭ ਨੂੰ ਆਪਣੀ ਮਾਂ ਆਪਣੀ ਬੇਬੇ ਸਾਰਿਆਂ ਨੂੰ ਰੱਬ ਵਰਗੀ ਹੁੰਦੀ। ਤਾਂ ਬੇਬੇ ਹੋਰਾਂ ਨੇ ਜਦੋਂ ਮੈਨੂੰ ਕਿਹਾ ਕਿ ਆਪਾਂ ਪੁੱਤ ਚੱਲਣਾ ਉੱਥੇ, ਬਾਕੀ ਇਹ ਹੁੰਦਾ ਬਾਈ ਜੀ ਸੰਗਤ, ਹੁਣ ਦੁਨੀਆ ਦੇਖ ਲਈ ਹੈ ਨਾ, ਮਹਾਰਾਜ ਨੇ ਦੁਨੀਆ ਦਿਖਾਤੀ, ਸੰਗਤ ਤੋਂ ਪਤਾ ਲੱਗ ਜਾਂਦਾ ਹੈ ਨਾ। ਉੱਥੇ ਜਾ ਕੇ ਸਾਨੂੰ ਬਹੁਤ ਚੰਗਾ ਲੱਗਿਆ ਸੀ ਮੋਗੇ ਜਦੋਂ ਗਏ ਸੀ ਅਸੀਂ, ਬਾਈ ਹੋਰਾਂ ਦੀਆਂ ਗੱਲਾਂ। ਉਸ ਤੋਂ ਬਾਅਦ ਫਿਰ YouTube ਤੇ ਵੀ ਕਈ ਵਾਰੀ ਮੇਰੇ ਕੋਲ ਟਾਈਮ ਹੁੰਦਾ ਤਾਂ ਮੈਂ ਇਹਨਾਂ ਦੇ ਲੈਕਚਰ ਹੁਣ ਸੁਣਦਾ ਅੱਜ ਕੱਲ੍ਹ, ਤਾਂ ਇਹਨਾਂ ਨੂੰ ਫੋਲੋ ਕਰਦਾ। ਤਾਂ ਜਿਸ ਤਰ੍ਹਾਂ ਦੀ ਇਹਨਾਂ ਦੀ ਇੱਕ ਐਜੂਕੇਸ਼ਨ ਆ ਆਪਣੀ ਕੁਦਰਤ ਦੇ ਨਾਲ ਜੋੜ ਕੇ, ਉਹ ਬਹੁਤ ਖਰੀ ਆ। ਇਸ ਕਰਕੇ ਸਾਰਿਆਂ ਨੂੰ ਜਿਸ ਤਰ੍ਹਾਂ ਸਾਰਿਆਂ ਨੂੰ ਉਸ ਚੀਜ਼ 'ਤੇ ਅਸਰ ਕਰਨਾ ਚਾਹੀਦਾ, ਮੈਂ ਵੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਤੋਂ ਟਰੀਟਮੈਂਟ ਵੀ ਲਵਾਂ ਅਤੇ ਉਹਨਾਂ ਚੀਜ਼ਾਂ 'ਤੇ ਆਉਣ ਵਾਲੀ ਟਾਈਮ ਦੇ ਵਿੱਚ ਰੋਗੀ ਹੋਣ ਤੋਂ ਬਚਣ ਦੇ ਲਈ ਜਿਹੜੀਆਂ ਪਹਿਲੋਂ ਟਰੀਟਮੈਂਟ ਹੈਗਾ ਉਹ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਉਸ ਚੀਜ਼ ਨੂੰ ਅਪਲਾਈ ਕਰਨਾ। ਅੱਛਾ, ਪਹਿਲਾਂ ਟਰੀਟਮੈਂਟ ਦੀ ਤੁਸੀਂ ਗੱਲ ਕੀਤੀ ਹੈ, ਪਹਿਲਾਂ ਵੀ ਲਿੱਤੇ ਹੋਣੇ ਐਲੋਪੈਥੀ ਅੰਗਰੇਜ਼ਾਂ ਵਾਲੀਆਂ ਦਵਾਈਆਂ ਵੀ ਖਾਧੀਆਂ ਹੋਣੀਆਂ, ਤੇ ਇਹਦੇ 'ਚ ਕੋਈ ਫਰਕ ਨਜ਼ਰ ਆਇਆ? ਨਹੀਂ ਬਾਈ ਜੀ ਨਹੀਂ, ਮੈਂ ਐਲੋਪੈਥੀ ਨਹੀਂ, ਮਤਲਬ ਜ਼ਿੰਦਗੀ 'ਚ ਤੁਸੀਂ ਯਕੀਨ ਕਰੋ ਮੇਰੇ 'ਤੇ, ਜਾਣੀ ਉਂਗਲਾਂ ਦੇ ਪੋਟੇ ਮੇਰੇ, ਇੰਨੀ ਕੁ ਵਾਰੀ ਮੈਂ ਦਵਾਈ ਲਈ ਨਹੀਂ। ਅੱਛਾ, ਹਾਂ ਨਹੀਂ ਜੀ ਨਹੀਂ, ਮਹਾਰਾਜ ਦਾ ਸ਼ੁਕਰ ਹੈ ਜੀ, ਨੱਚ ਟੱਪ ਲਈਦਾ, ਗਾ ਲਈਦਾ, ਸੰਗੀਤ ਵੈਸੇ ਹੀ ਨਾ। ਜੇ ਤੁਸੀਂ ਮਾਰਫਤ ਵਾਲੇ ਪਾਸੇ ਗਾਉਣੇ ਹੋ, ਮੈਨੂੰ ਬੇਬੇ ਜੀ ਹੋਰਾਂ ਦੇ ਸਦਕੇ ਸੰਗਤ ਮਿਲਦੀ ਰਹੀ ਹੈ ਕਿ ਮੈਂ ਗੁਰਦੁਆਰਿਆਂ 'ਚ ਸਤਸੰਗਾਂ 'ਤੇ ਬੇਬੇ ਹੋਰਾਂ ਦੇ ਨਾਲ ਜਾਂਦਾ, ਤਾਂ ਮਹਾਰਾਜ ਦੀ ਗੁਰਬਾਣੀ ਸੁਣਨ ਨੂੰ ਮਿਲਦੀ ਹੈ, ਤਾਂ ਨਾਲ ਕੀਰਤਨ ਸੁਣਨ ਨੂੰ ਮਿਲਦਾ ਹੈ। ਬਾਕੀ ਸੰਗੀਤ ਹੈ ਜੀ, ਇਸ ਤੋਂ ਵੱਡੀ ਮੈਡੀਟੇਸ਼ਨ, ਇਸ ਤੋਂ ਵੱਡੀ ਕੋਈ ਮੈਡੀਸਨ ਹੀ ਹੈ ਨਹੀਂ ਕੋਈ। ਸੋ ਇਸ ਗੱਲ ਦਾ ਸ਼ੁਕਰ ਹੈ ਕਿ ਪ੍ਰੋਗਰਾਮ ਕਰਦੇ ਰਹਿੰਦੇ ਹਾਂ, ਨੱਚਦੇ ਰਹਿੰਦੇ ਹਾਂ, ਪਸੀਨਾ ਆਉਂਦਾ ਰਹਿੰਦਾ, ਕਸਰਤ ਕਰਦੇ ਰਹਿੰਦੇ ਹਾਂ। ਸੋ ਮਾਈਂਡਰ ਮਾੜਾ ਮੋਟਾ ਜ਼ਰੂਰ ਜਦੋਂ ਤੁਹਾਡਾ ਸਕੈਜੂਲ ਕਿਤੇ ਨਾ ਕਿਤੇ ਖਰਾਬ ਹੋ ਜਾਂਦਾ, ਪ੍ਰੋਗਰਾਮ ਜ਼ਿਆਦਾ ਹੁੰਦੇ, ਜਾਂ ਪਿੱਛੇ ਹੁਣ ਜਿਵੇਂ ਅੰਦੋਲਨ ਸੀ, ਅੰਦੋਲਨ ਦੇ ਵਿੱਚ ਭੱਜ ਨੱਠ ਸਾਡੀ ਕਾਫੀ ਰਹੀ ਹੈ, ਸਫ਼ਰ ਬਹੁਤ ਰਹੇ ਆ, ਬਹੁਤ ਸਾਰੀਆਂ ਸਟੇਟਾਂ ਜਾਂਦੇ ਰਹਿੰਦੇ ਸੀ। ਇਸ ਕਰਕੇ ਥੋੜ੍ਹਾ ਜ਼ਰੂਰ ਸਰੀਰ ਨੂੰ ਲੱਗਦਾ ਸੀ ਕਿ ਟਰੀਟਮੈਂਟ ਲੈਣਾ ਚਾਹੀਦਾ ਹੁਣ। ਸੋ ਇਸ ਕਰਕੇ ਬਾਈ ਹੋਰਾਂ ਤੋਂ ਅਸੀਂ ਟਰੀਟਮੈਂਟ ਲੈ ਰਹੇ ਹਾਂ। ਗਰੇਵਾਲ ਸਾਹਿਬ, ਇੱਕ ਚੀਜ਼ ਦੱਸੋ ਕਿ ਜਿੱਥੇ ਸਾਰੇ, ਮਾਫ ਕਰਨਾ ਮੈਂ ਤੁਹਾਡੀ ਜ਼ਿਕਰ ਨਹੀਂ ਕਰ ਰਿਹਾ, ਜਿੱਥੇ ਸਾਰੇ ਗਾਇਕ ਪੈਸੇ ਪਿੱਛੇ ਭੱਜਦੇ ਰਹੇ, ਸਾਰੇ ਗਾਇਕਾਂ ਨੇ ਵੀ ਵੱਧ ਤੋਂ ਵੱਧ ਪੈਸਾ ਲਿੱਤਾ ਜਾਵੇ, ਗਾਇਕੀ ਦੇ ਨੂੰ ਕੈਸ਼ ਕੀਤਾ ਜਾਵੇ, ਉੱਥੇ ਤੁਸੀਂ ਕਦੇ ਅੰਦੋਲਨ 'ਚ ਜਾ ਰਹੇ ਹੋ, ਕਦੇ ਇਹੋ ਜਿਹੇ ਡਾਕਟਰ ਵਰਿੰਦਰ ਸਿੰਘ ਭੁੱਲਰ ਉਹਨਾਂ ਦੇ ਫੰਕਸ਼ਨ 'ਚ ਆ ਰਹੇ ਹੋ, ਲੋਕਾਂ ਨੂੰ ਜਿਹੜਾ ਉਹ ਬੜੇ ਹੇਠਲੇ ਪੱਧਰ ਦੇ ਉੱਤੇ ਜਾ ਕੇ ਮਿਲ ਰਹੇ ਹੋ, ਕੀ ਰੱਬ ਦੇ ਬਹੁਤ ਨੇੜੇ ਹੁੰਦੇ ਕਿਤੇ ਰੱਬ ਵਾਲੇ ਪਾਸੇ ਤਾਂ ਨਹੀਂ ਜਾ ਵੜਨਾ ਕਿਤੇ ਕੋਈ ਗਾਇਕੀ ਛੱਡ ਕੇ? ਬਾਈ ਹੁਣ ਮੈਨੂੰ ਤਾਂ ਨਹੀਂ ਪਤਾ ਕਿਸੇ ਨਾਲ ਕੰਪੇਅਰ ਕਰੋ, ਪਰ ਮੈਨੂੰ ਲੱਗਦਾ ਗਵਈਏ ਦਾ ਕੰਮ ਹੀ ਇਹ ਨੇ ਹੈ ਨਾ। ਮੈਨੂੰ ਬਾਈ ਹੋਣਾ ਦਾ ਟਰੀਟਮੈਂਟ ਚੰਗਾ ਲੱਗਦਾ, ਇਹਨਾਂ ਦੀ ਵਿੱਤ ਚੰਗੀ ਲੱਗਦੀ ਹੈ, ਤਾਂ ਮੈਨੂੰ ਆਉਣਾ ਚਾਹੀਦਾ। ਅੰਦੋਲਨ ਆਏ ਸਾਰੇ ਮੇਰੇ ਤਾਂ ਪਰਿਵਾਰ ਆਏ। ਹੁਣ ਇੱਕ ਤਾਂ ਕਹਿਣ ਨੂੰ ਗੱਲਾਂ ਹੁੰਦੀਆਂ ਕਿ ਪੰਜਾਬ ਮੇਰਾ ਟੱਬਰ ਹੈ ਭਾਈ, ਅਤੇ ਮੈਨੂੰ ਤਾਂ ਸੱਚੀਓ ਲੱਗਦਾ ਕਿ ਮੇਰਾ ਪਰਿਵਾਰ ਹੈ। ਜੇ ਇਹਨਾਂ ਦੀਆਂ ਖੁਸ਼ੀਆਂ 'ਚ ਸ਼ਰੀਕ ਹੁੰਦੇ ਹਾਂ ਅਸੀਂ, ਕਿਤੇ ਵਿਆਹਾਂ 'ਚ ਗਾਉਣੇ ਆ, ਜਾਂ ਟੂਰਨਾਮੈਂਟਾਂ 'ਤੇ ਕੋਈ ਖੇਡ ਮੇਲੇ ਹੁੰਦੇ ਆ, ਜਾਂ ਉਹ ਪੰਜਾਬ 'ਚ ਮੇਲਿਆਂ ਦਾ ਕਲਚਰ ਹੈ, ਉਹ ਖੁਸ਼ੀ ਦਾ ਵੇਲਾ ਹੁੰਦਾ। ਅਤੇ ਜੇ ਕੋਈ ਅੱਜ ਪੰਜਾਬ 'ਤੇ ਕੋਈ ਭੀੜ ਪੈਂਦੀ ਹੈ ਜਾਂ ਆਉਣ ਵਾਲੇ ਟਾਈਮ 'ਚ ਪੈਂਦੀ ਹੈ, ਤਾਂ ਉੱਥੇ ਵੀ ਮੈਨੂੰ ਲੱਗਦਾ ਹੀ ਆ ਕੋਈ ਜਹਾਜ਼ ਤਾਂ ਬਣ ਨਹੀਂ ਚੱਲਿਆ ਮੈਂ ਕਿ ਕੁੱਡ ਜਾਂ। ਸੋ ਇਹ ਮੇਰਾ ਪਰਿਵਾਰ ਹੈ, ਲੱਗਦਾ ਕਿ ਦੁੱਖ ਸੁੱਖ 'ਚ ਇੱਦਾਂ ਹੀ ਰਲ ਮਿਲ ਕੇ ਰਹੀਏ, ਅਤੇ ਇਹੀ ਸਾਨੂੰ ਗੁਰੂ ਸਾਹਿਬਾਂ ਨੇ ਸਿਖਾਇਆ ਜੀ। ਅਤੇ ਬਾਕੀ ਆ 4 ਗਾਣੇ ਚੱਲ ਜਾਣੇ ਤਾਂ ਬੇਬੇ ਹੋਰਾਂ ਤੋਂ ਅਸੀਂ ਤਾਂ ਅੱਜ ਤੱਕ ਕੁੱਟ ਖਾਂਦੇ ਹਾਂ, ਤਾਂ ਉਹਨਾਂ ਨੇ ਸਾਨੂੰ ਉਹ ਬੁਖਾਰ ਜਿਹਾ ਚੜ੍ਹ ਨਹੀਂ ਦਿੱਤਾ ਕਿ ਕੋਈ ਜੇ ਤੁਹਾਡੇ 4 ਗੀਤ ਚੱਲ ਗਏ ਜਾਂ ਤੁਸੀਂ ਕੋਈ ਟੀਵੀਆਂ 'ਚ ਆਉਣ ਲੱਗ ਗਏ ਤਾਂ ਤੁਸੀਂ ਪਤਾ ਨਹੀਂ ਕੀ ਬਣ ਗਏ। ਬੜੀ ਨੋਰਮਲ ਜੀ ਵਿਆਹ ਹੈ। ਮੈਂ ਹਮੇਸ਼ਾ ਮੈਨੂੰ ਲੱਗਦਾ ਹੁੰਦਾ ਕਿ ਮਹਾਰਾਜ ਦਾ ਸ਼ੁਕਰ ਹੈ ਕਿ ਮੈਨੂੰ ਇੱਕ ਰਿਕਸ਼ਾ ਚਲਾਉਣ ਵਾਲੇ ਦੀ ਕਿਰਤ ਅਤੇ ਮੇਰੀ ਕਿਰਤ 'ਚ ਮੈਨੂੰ ਪੂਰਾ ਹੀ ਫਰਕ ਨਹੀਂ ਲੱਗਦਾ। ਬਸ ਇਹ ਇਮਤਿਹਾਨ ਹੈ, ਮਹਾਰਾਜ ਨੇ ਰਿਕਸ਼ੇ ਵਾਲੇ ਦੇ ਥੋੜ੍ਹੇ ਘੱਟ ਰੱਖੇ ਵੇ, ਮੇਰੇ ਵਰਗਿਆਂ ਦੇ ਥੋੜ੍ਹੇ ਇਮਤਿਹਾਨ ਵਧਾ ਰੱਖੇ ਆ। ਮੈਨੂੰ ਬੇਬੇ ਨੇ ਪਹਿਲੇ ਦਿਨ ਹੀ ਬੁਖਾਰ ਚੜ੍ਹਨ ਨਹੀਂ ਦਿੱਤਾ। ਦੁਨੀਆ ਕਹਿੰਦੀ ਹੁੰਦੀ ਹੈ ਕਿ ਜੇ ਕੋਈ ਬੰਦਾ ਮਸ਼ਹੂਰ ਹੋ ਜੇ, ਬਹੁਤ ਲੋਕ ਜਾਣਨ ਲੱਗ ਜਾਣ, ਬਹੁਤ ਪੈਸਾ ਆ ਜੇ, ਸ਼ੋਹਰਤ ਆ ਜੇ, ਇਹਨੂੰ ਕਿਰਪਾ ਕਹਿੰਦੇ ਆ। ਪਰ ਬੇਬੇ ਹੁਣੀ ਇਹ ਇਸ ਤੋਂ ਬਿਲਕੁਲ ਉਲਟ ਸਮਝਾਉਂਦੇ ਆ ਮੈਨੂੰ, ਕਹਿੰਦੇ ਪੁੱਤ ਇਹ ਕਿਰਪਾ ਨਹੀਂ ਹੈ, ਇਹ ਮਹਾਰਾਜ ਦਾ ਬਹੁਤ ਵੱਡਾ ਇਮਤਿਹਾਨ ਹੈ ਕਿ ਤਪੋ ਰਾਜ ਰਾਜੋ ਨਰਕ। ਰਾਜ ਬਖਸ਼ਿਆ ਮਹਾਰਾਜ ਨੇ ਤੈਨੂੰ, ਪਰ ਇਸ ਰਾਜ ਨੂੰ ਇੰਨਾ ਕੁ ਨੀਵਾਂ ਹੋ ਕੇ ਕਰੀ, ਨਿਮਾਣਾ ਹੋ ਕੇ ਕਰੀ, ਔਰ ਆਪਣੀ ਕਿਰਤ ਨੂੰ ਇੰਨੇ ਕੁ ਸੋਹਣੇ ਪਾਸੇ ਲੈ ਕੇ ਜਾਈਂ। ਸ਼ਬਦਾਂ ਦੀ ਖੇਤੀ ਦਿੱਤੀ ਹੈ ਤੈਨੂੰ ਮਹਾਰਾਜ ਨੇ, ਸੰਗੀਤ ਦੀ ਖੇਤੀ ਦਿੱਤੀ ਹੈ। ਸੋ ਬਾਬੇ ਨਾਨਕ ਦੇ ਹਲ ਚੱਲਦੇ ਸੀ ਜਿਵੇਂ, ਉੱਦਾਂ ਹੀ ਆਪਦੇ ਗੀਤਾਂ ਨੂੰ ਰੱਖੀ, ਉੱਦਾਂ ਹੀ ਆਪਦੀ ਨੀਅਤ ਸਾਰਾ ਕੁਛ ਉੱਦਾਂ ਦਾ ਰੱਖੀ, ਅਤੇ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਹੈ। ਅੱਗੇ ਫਿਰ ਮਹਾਰਾਜ ਦੀ ਕਚਹਿਰੀ 'ਚ ਜਾਣਾ, ਫਿਰ ਉੱਥੋਂ ਜਨਮ ਲੈ ਕੇ ਵਾਪਸ ਆਉਣਾ। ਤਾਂ ਇਹ ਬੜੀ ਇੱਕ ਲੰਬੀ ਜਰਨੀ ਹੈ ਜੀ ਸਾਡੀ, ਨੈਗੇਟਿਵਿਟੀ ਤੋਂ ਪੋਜ਼ੀਟਿਵਿਟੀ ਵੱਲ ਜਾਣ ਦੀ ਮੈਨੂੰ ਲੱਗਦਾ ਇੱਕ ਖੂਬਸੂਰਤ ਜਰਨੀ ਹੈ। ਇਹ ਹਰ ਇੱਕ ਕਲਾਕਾਰ ਨੂੰ, ਹਰ ਇੱਕ ਅਦਾਕਾਰ ਨੂੰ, ਹਰ ਇੱਕ ਕਿਸਾਨ ਨੂੰ, ਹਰ ਇੱਕ ਦੁਕਾਨਦਾਰ ਨੂੰ, ਹਰ ਇੱਕ ਡਾਕਟਰ ਨੂੰ, ਹਰ ਇੱਕ ਟੀਚਰ ਨੂੰ, ਹਰ ਇੱਕ ਮੀਡੀਆ ਪਰਸਨ ਨੂੰ, ਮਤਲਬ ਜਿੰਨੇ ਵੀ ਆਪਾਂ ਡਿਪਾਰਟਮੈਂਟ ਆ ਸਾਰੇ ਬਹੁਤ ਖਾਸ ਆ ਆਪਣੇ ਮੁਲਕ ਦੇ ਲਈ, ਆਪਣੇ ਸੂਬੇ ਦੇ ਲਈ। ਸੋ ਸਾਰਿਆਂ ਨੂੰ ਬਹੁਤ ਓਨੈਸਟਲੀ ਆਪਾਂ ਨੂੰ ਕੰਮ ਕਰਨਾ ਚਾਹੀਦਾ, ਅਤੇ ਇਹੀ ਜ਼ਿੰਦਗੀ ਹੈ ਜੀ ਬਸ। ਤੁਸੀਂ ਬੁਖਾਰ ਦੀ ਗੱਲ ਕੀਤੀ ਹੈ ਵੀ ਇਹ ਬੁਖਾਰ ਮੈਨੂੰ ਬੇਬੇ ਨੇ ਕਦੇ ਚੜ੍ਹਨ ਨਹੀਂ ਦਿੱਤਾ, ਪਰ ਡਾਕਟਰ ਸਾਹਿਬ ਤਾਂ ਕਹਿੰਦੇ ਨੇ ਬੁਖਾਰ ਅੱਛਾ ਹੈ, ਅਤੇ ਡਾਕਟਰ ਸਾਹਿਬ ਤੋਂ ਪੁੱਛਦੇ ਆ ਵੀ ਇਹ ਜਿਹੜਾ ਬੁਖਾਰ ਹੈ ਉਹ ਤਾਂ ਚੰਗਾ ਹੁੰਦਾ, ਸਰੀਰ ਨੂੰ ਠੀਕ ਕਰਦਾ, ਇਹ ਕਹਿੰਦੇ ਬੇਬੇ ਸਾਨੂੰ ਬੁਖਾਰ
ਬੁਖਾਰ ਚੜ੍ਹਨ ਨਹੀਂ ਦਿੰਦੇ। ਜੀ ਸਹੀ ਹੈ ਬਿਲਕੁਲ। ਇਹਨਾਂ ਨੇ ਬੜੀ ਮੈਚੁਰ ਇੱਕ ਗੱਲ ਕੀਤੀ ਹੈ। ਉਹ ਸਿਆਣੇ ਕਹਿੰਦੇ ਵੀ ਜਦੋਂ ਪੈਸਾ ਆਉਂਦਾ ਤਾਂ ਸਭ ਤੋਂ ਪਹਿਲਾਂ ਕਿਹੜੀ ਚੀਜ਼ 'ਤੇ ਅਸਰ ਕਰਦਾ, ਉਹ ਦਿਮਾਗ 'ਤੇ ਅਸਰ ਕਰਦਾ, ਠੀਕ ਹੈ। ਔਰ ਪੈਸੇ ਦੇ ਨਾਲ ਜੇ ਤੁਸੀਂ ਆਪਣਾ ਗਿਆਨ ਵੀ ਵਧਾਇਆ ਫਿਰ ਤੁਸੀਂ ਇਹਨੂੰ ਸੰਭਾਲ ਪਾਓਗੇ। ਜੇ ਇਕੱਲਾ ਪੈਸਾ ਆ ਗਿਆ ਤੇ ਨਾਲ ਗਿਆਨ ਨਹੀਂ ਵਧਾਇਆ ਉਸ ਲੈਵਲ ਦਾ, ਉਹ ਪੈਸਾ ਤਾਂ ਫਿਰ ਤੁਸੀਂ ਵਾਪਸ ਉਸ ਜਗ੍ਹਾ 'ਤੇ ਚਲੇ ਜਾਓਗੇ ਜਿੱਥੋਂ ਚੱਲੇ ਸੀ, ਕਿਉਂਕਿ ਉਹਨੇ ਤੁਹਾਨੂੰ ਵਾਪਸ ਉੱਥੇ ਲੈ ਜਾਣਾ ਹੁੰਦਾ। ਸੋ ਇਕੱਲੀ ਅਮੀਰੀ ਨਹੀਂ, ਨਾਲ ਗਿਆਨ ਦੇ ਵਿੱਚ ਵੀ ਸਾਨੂੰ ਵਾਧਾ ਕਰਾਂਗੇ, ਫਿਰ ਉਸ ਚੀਜ਼ ਨੂੰ ਡਾਈਜੈਸਟ ਕਰ ਪਾਵਾਂਗੇ। ਨਹੀਂ ਤਾਂ ਉਹ ਡਾਈਜੈਸਟ ਹੀ ਨਹੀਂ ਹੁੰਦੀ। ਮਾੜੀ ਮਿਹਦੇ ਵਾਲੇ ਨੂੰ ਅਕਸਰ ਉਲਟੀਆਂ ਲੱਗ ਜਾਂਦੀਆਂ ਨੇ। ਅੱਛਾ ਡਾਕਟਰ ਸਾਹਿਬ ਗਰੇਵਾਲ ਸਾਹਿਬ ਤਾਂ ਬੜੇ ਮਤਲਬ ਪਤਾ ਨਹੀਂ ਸ਼ਰਮਾ ਗਏ, ਪਤਾ ਨਹੀਂ ਰੋਕ ਲਿਆ ਇਹਨਾਂ ਨੇ ਗੱਲ ਵੀ ਮੈਂ ਨਹੀਂ ਦੱਸਦਾ ਵੀ ਮੈਨੂੰ ਕੀ ਪ੍ਰੋਬਲਮ ਸੀ, ਤੁਸੀਂ ਤਾਂ ਦੱਸ ਸਕਦੇ। ਇਹ 90 ਦਿਨ ਬਾਅਦ ਗਰੇਵਾਲ ਸਾਹਿਬ ਆਪ ਹੀ ਦੱਸਣਗੇ ਵੀ ਇਹਨਾਂ ਦਾ ਕਿਹੜਾ ਰੋਗ ਠੀਕ ਹੋਇਆ। ਇਹ ਤਾਂ ਦਰਸ਼ਕਾਂ ਨਾਲ ਚੀਟਿੰਗ ਹੋ ਗਈ, ਤੁਸੀਂ ਦੋਨੋਂ ਜਣੇ ਚੀਟਿੰਗ ਕਰ ਰਹੇ ਹੋ। ਕਹਿੰਦਾ ਨਹੀਂ ਦੱਸਣਾ ਤਾਂ ਪੈਣੀ ਹੈ ਆਲਰੇਡੀ, ਕਿਉਂਕਿ ਇਹਨਾਂ ਦਾ ਜਿਹੜਾ ਕੰਮ ਉਸ ਤਰ੍ਹਾਂ ਦਾ, ਵਰਕ ਉਸ ਤਰ੍ਹਾਂ ਦਾ, ਗਾਉਂਦੇ ਰਹੇ ਤਾਂ ਦੋ ਖਾੜੇ ਵੀ ਹੈ ਨਾ, ਸ਼ੂਟਿੰਗ 'ਤੇ ਵੀ ਰਹਿੰਦੇ ਨੇ, ਤਾਂ ਜਿਹੜਾ ਖਾਣ ਪੀਣ ਦਾ ਸ਼ੈਡਿਊਲ ਜਿਹੜਾ ਇਹਨਾਂ ਦਾ ਥੋੜ੍ਹਾ ਅੱਗੇ ਪਿੱਛੇ ਹੈਗਾ, ਉਹਦੀ ਵਜ੍ਹਾ ਨਾਲ ਜੋ ਇੱਕ ਲੀਵਰ ਡਿਸਆਰਡਰ ਹੁੰਦਾ ਉਹ ਹੈ ਬਾਡੀ ਦੇ ਵਿੱਚ, ਤਾਂ ਉਹਨੂੰ ਹੁਣ ਬੈਲੈਂਸ ਕਰ ਰਹੇ ਹਾਂ। ਫੇਫੜੇ ਤਾਂ ਅੱਛੇ ਨੇ, ਗਾ ਕੇ ਬੱਚੇ ਹੋਏ ਪਏ ਨੇ, ਲੀਵਰ ਥੋੜਾ ਠੀਕ ਕਰ ਲਓ ਤੇ ਦਰਸ਼ਕਾਂ ਵਾਸਤੇ ਮਤਲਬ ਖੁਸ਼ੀਆਂ ਜਿਹੜੀਆਂ ਉਹਨਾਂ ਨੂੰ ਜ਼ਿਆਦਾ ਮਿਲਣਗੀਆਂ ਤੁਹਾਡੀਆਂ। ਦੇਖੋ ਐਂ ਤਾਂ ਅੱਜ ਵੀ 5 ਕਿੱਲਿਆਂ ਦਾ ਖਾਲ ਦੇ ਦਿਓ, ਸਾਰਾ ਘੜ ਕੇ ਸਾਹ ਲਊਂਗਾ ਜੀ, ਆਏ ਨਹੀਂ ਕੋਈ ਚੱਕਰ। ਉਹ ਤਾਂ ਠੀਕ ਹੈ ਕਿ ਜਿਹੜੀਆਂ ਮਾਈਨਰ ਪ੍ਰੋਬਲਮਸ ਤੁਹਾਡੇ ਸਰੀਰ 'ਚ ਬਾਡੀ 'ਚ ਚੱਲਦੀਆਂ ਨੇ ਉਹਨਾਂ ਨੂੰ ਠੀਕ ਕਰਨਾ ਚਾਹੀਦਾ। ਮੇਰੇ ਖਿਆਲ 'ਚ ਇਹ ਮੰਦਰ ਹੈ ਜੀ ਇਹ, ਹੈ ਨਾ। ਤਾਂ ਇਹਦੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ। ਬਾਕੀ ਵੱਡੇ ਬਾਈ ਨੇ ਸਾਡੇ, ਇਹਨਾਂ ਤੋਂ ਸਿੱਖਾਂਗੇ, ਅੱਗੇ ਐਜੂਕੇਸ਼ਨ ਲਵਾਂਗੇ ਹੋਰ ਇਹ ਮਸ਼ੀਨਰੀ ਬਾਰੇ, ਤੇ ਇਹਦਾ ਖਿਆਲ ਰੱਖਾਂਗੇ ਆਉਣ ਵਾਲੀ ਜ਼ਿੰਦਗੀ। ਅੱਛਾ ਡਾਕਟਰ ਬਣਨਾ ਤੁਸੀਂ ਵੀ, ਇਹਨਾਂ ਤੋਂ ਸਿੱਖ ਕੇ ਸਰੀਰ ਦਾ ਡਾਕਟਰ ਬਣਨਾ? ਜੀ ਬਿਲਕੁਲ ਮੈਨੂੰ ਸਾਰਿਆਂ ਨੂੰ ਬਣਨਾ ਚਾਹੀਦਾ। ਸਾਨੂੰ ਕਲਾਸਾਂ ਵੀ ਲਾਓਗੇ? ਹਾਂਜੀ ਲਾਜ਼ਮੀ ਲਾਵਾਂਗੇ ਜੀ। ਅੱਛਾ, ਕਿਉਂਕਿ ਤੁਹਾਡੇ ਵਰਗੇ ਆ ਰੂਹਾਂ ਦੀ ਜਿਹੜੀ ਹੈ ਪੰਜਾਬ ਦੀ ਜਨਤਾ ਨੂੰ, ਪੂਰੇ ਵਿਸ਼ਵ ਦੀ ਜਨਤਾ ਨੂੰ ਜਿਹੜੀ ਹੈ ਉਹ ਬਹੁਤ ਜ਼ਰੂਰਤ ਹੈ, ਤੇ ਜ਼ਰੂਰੀ ਹੈ ਕਿ ਤੁਹਾਨੂੰ ਜਿਹੜਾ ਤੰਦਰੁਸਤ ਰੱਖਣ। ਤੇ ਮੈਂ ਡਾਕਟਰ ਵਰਿੰਦਰ ਸਿੰਘ ਭੁੱਲਰ ਉਹਨਾਂ ਨੂੰ ਫਿਰ ਰਿਕੁਐਸਟ ਕਰਾਂਗਾ ਵੀ ਜੇ ਕਿਤੇ ਮਾੜਾ ਮੋਟਾ ਵੀ ਹੀਲ ਹੁਜਤ ਹੈਗੀ ਹੈ ਤੇ ਉਹ ਇਹਨਾਂ ਦੀ ਜਲਦੀ ਠੀਕ ਕਰ ਦਿਓ, ਤਾਂ ਕਿ ਜਿਹੜੇ ਇਹਨਾਂ ਵਰਗੀਆਂ ਰੂਹਾਂ ਜਿਹੜੀਆਂ ਨੇ ਉਹ ਲੋਕਾਂ ਤੱਕ ਜਿਹੜੀ ਆਪਣੀ ਗਾਇਕੀ ਦੇ ਨਾਲ ਤੇ ਆਪਣੇ ਜਿਹੜੀ ਹੈ ਅੱਛਾਈ ਦੇ ਨਾਲ ਜਿਹੜੇ ਆ ਪਹੁੰਚ ਕਰਦੇ ਰਹਿਣ। ਜੀ ਬਿਲਕੁਲ ਬਹੁਤ ਜ਼ਰੂਰਤ ਹੈ, ਕਿਉਂਕਿ ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ ਉਹਨੂੰ ਮਾਰਗਦਰਸ਼ਨ ਦੀ ਬਹੁਤ ਜ਼ਰੂਰਤ ਹੈ, ਔਰ ਇਸ ਤਰ੍ਹਾਂ ਦੀਆਂ ਰੂਹਾਂ ਦੀ ਲੰਬੀ ਸੇਵਾ ਦੀ ਲੋੜ ਹੈ, ਠੀਕ ਹੈ, ਕਿਉਂਕਿ ਲਿਮਟਡ ਨੇ, ਥੋੜ੍ਹੀਆਂ ਨੇ, ਹੈ ਨਾ। ਤਾਂ ਸਾਨੂੰ ਖਿਆਲ ਇਹਨਾਂ ਦੀ ਸਿਹਤ ਦਾ। ਜੀ ਔਰ ਪਰਮੇਸ਼ਰ ਕਿਰਪਾ ਕਰੇਗਾ ਜਲਦੀ ਜੋ ਵੀ ਡਿਸਆਰਡਰ ਨੇ। ਬਾਕੀ ਤਾਂ ਆਲਰੇਡੀ ਕੌਨਸ਼ੀਅਸ ਨੇ ਬਹੁਤ ਜ਼ਿਆਦਾ ਆਪਦੀ ਹੈਲਥ ਨੂੰ ਲੈ ਕੇ, ਕਿਉਂਕਿ ਵੱਡੀ ਚੀਜ਼ ਹੁੰਦੀ ਕਿ ਜੋ ਇਨਸਾਨ ਖੁਦ ਹੀ ਕੁਛ ਗਲਤ ਜਾਣ ਤੋਂ ਆਪਣੀ ਬੋਡੀ 'ਚ ਰੋਕ ਰਿਹਾ, ਤਾਂ ਉਹਦਾ ਵੀ ਉਹਨੂੰ ਫਾਇਦਾ ਮਿਲਦਾ। ਬਾਕੀ ਉਮਰ ਦੇ ਲਿਹਾਜ਼ ਨਾਲ ਜੋ ਇੱਕ ਬਦਲਾਅ ਆਉਣੇ ਹੁੰਦੇ ਆ, ਉਹਨੂੰ ਤੁਸੀਂ ਥੋੜ੍ਹਾ ਜਿਹਾ ਇੱਕ ਐਕਸਪਰਟ ਦੀ ਰਾਏ ਦੇ ਨਾਲ ਉਹ ਵੀ ਠੀਕ ਕਰ ਸਕਦੇ ਹੋ, ਔਰ ਕਰ ਰਹੇ ਨੇ। ਹਾਂ ਬਿਲਕੁਲ ਗਰੇਵਾਲ ਸਾਹਿਬ, ਤੁਸੀਂ ਜਾਂਦੇ ਸਾਰਾ ਕੁਝ ਬੋਲਤਾ, ਆਪਣੇ ਬਾਰੇ ਬੋਲਤਾ, ਦਰਸ਼ਕ ਠੀਕ ਹੋ ਜਾਣ। ਇਹਦੇ ਬਾਰੇ ਡਾਕਟਰ ਭੁੱਲਰ ਉਹਨਾਂ ਦੇ ਆਫਿਸ ਦੇ ਵਿੱਚ, ਇੱਥੇ ਜਿਹੜੇ ਸੈਂਟਰ ਦੇ ਵਿੱਚ, ਉਹ ਕੀ ਕਹੋਗੇ ਤੁਸੀਂ? ਸਭ ਤੋਂ ਪਹਿਲਾਂ ਤੁਸੀਂ ਆਪਣੀ ਉਦਾਹਰਨ ਦਿੱਤੀ ਕਿ ਮੈਂ ਤੇ ਮੇਰੇ ਬੇਬੇ ਜੀ ਇੱਥੇ ਆਏ ਇਲਾਜ ਕਰਵਾ ਰਹੇ ਹਾਂ, ਦਰਸ਼ਕਾਂ ਨੂੰ ਕੀ ਕਹੋਗੇ? ਜੀ ਬਿਲਕੁਲ ਸਾਰਿਆਂ ਨੂੰ ਕਵਾਂਗੇ ਜੀ ਕਿ ਸਾਰੇ ਰੋਗੀ ਤਾਂ ਹੈਗੇ ਜੀ ਆਪਾਂ, ਹੈ ਨਾ। ਮਨ ਦੇ ਲੈਵਲ 'ਤੇ ਵੀ ਰੋਗੀ ਹਾਂ, ਤਨ ਦੇ ਲੈਵਲ 'ਤੇ ਵੀ ਰੋਗੀ ਹਾਂ। ਜਿਸ ਤਰ੍ਹਾਂ ਦੀਆਂ ਸਾਡੀਆਂ ਖੁਰਾਕਾਂ ਹੈ, ਜਿਸ ਤਰ੍ਹਾਂ ਦਾ ਸਾਡਾ ਦਿਨ ਲੰਘਦਾ ਹੈ, ਹਰ ਬੰਦਾ ਮੇਰੇ ਖਿਆਲ 'ਚ ਇੱਕ ਦੌੜ 'ਚ ਹੈ। ਸੋ ਉਸ ਦੌੜ ਦੇ ਵਿੱਚ ਬਿਮਾਰ ਹੋਣਾ ਸੁਭਾਵਿਕ ਹੈ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੀ, ਮਹਾਰਾਜ ਜੀ ਦੀ ਬਾਣੀ ਨੂੰ ਸੁਣੀਏ, ਪੜ੍ਹੀਏ, ਉਹਦੇ 'ਤੇ ਅਮਲ ਕਰੀਏ, ਉਹ ਸਭ ਤੋਂ ਵੱਡਾ ਇਲਾਜ ਹੈ। ਬਾਕੀ ਉਹਨਾਂ ਨੇ ਜਿਹੜੇ ਆਪਣੇ ਵਰਗੇ ਲੋਕ ਭੇਜੇ ਹੋਏ ਆ, ਜਿਨ੍ਹਾਂ ਨੂੰ ਇੱਕ ਵਿਲੱਖਣ ਗਿਆਨ ਦੇ ਕੇ ਭੇਜਿਆ, ਸਾਡਾ ਬਾਈ ਹੋਣੀ ਉਹਨਾਂ 'ਚੋਂ ਇੱਕ ਹੈ। ਸੋ ਇਸ ਕਰਕੇ ਇੱਥੇ ਮੈਂ ਸਭ ਨੂੰ ਕਹਿਣਾ ਕਿ ਜਿਹੜੀਆਂ ਅੰਗਰੇਜ਼ੀ ਦਵਾਈਆਂ, ਜਦੋਂ ਪਿਛਲੀ ਵਾਰੀ ਬੈਠੇ ਸੀ ਤਾਂ ਬਾਈ ਹੋਰਾਂ ਨੇ ਆਖਿਆ ਸੀ ਕਿ ਕਮਰ ਸਿੰਘ ਮੈਂ ਤੇਰਾ ਬਲਬ ਫਿਊਜ਼ ਹੁੰਦਾ ਹੈ, ਤਾਂ ਮੈਂ ਇਕੱਲਾ ਬਲਬ ਨਹੀਂ ਚੈੱਕ ਕਰਨਾ, ਪਿੱਛੋਂ ਜਿੱਥੋਂ ਸਪਲਾਈ ਆ ਰਹੀ ਹੈ ਨਾ ਉਹ ਸਾਰੀ ਤਾਰ ਚੈੱਕ ਕਰ ਰਹੇ ਹਾਂ ਕਿ ਕਿੱਥੋਂ ਗੜਬੜ ਹੋ ਰਹੀ ਹੈ। ਆਪਾਂ ਸਾਰੀ ਤਾਰ ਦਾ ਵਰਕ ਕਰਕੇ ਤੇ ਫਿਰ ਸਾਰੀ ਜਾਣੀ ਉਹ ਕਹਿੰਦਾ ਯਾਨੀ A to Z ਆਪਾਂ ਕੰਮ ਕਰਾਂਗੇ ਸਾਰਾ। ਸੋ ਇਸ ਕਰਕੇ ਇਹ ਜਿਹੜੇ ਵੀਰ ਹੋਣੀ ਸਾਡੇ ਭਰਾ ਨੇ, ਇਹਨਾਂ ਨੇ ਸਾਰਾ ਜਾਣੀ 0 ਤੋਂ ਜਾਣੀ 100 ਤੱਕ ਕੰਮ ਕਰਨਾ। ਸੋ ਮੈਨੂੰ ਤਸੱਲੀ ਹੈ, ਤੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਬਾਈ ਜੀ ਹੋਰਾਂ ਕੋਲ ਆਓ, ਇਹਨਾਂ ਤੋਂ ਅਪਾਇੰਟਮੈਂਟ ਲਓ ਤੇ ਟਾਈਮ ਲੈ ਕੇ ਆਪਣਾ ਟ੍ਰੀਟਮੈਂਟ ਸ਼ੁਰੂ ਕਰੋ। 90 ਦਿਨ ਦਾ ਕੋਰਸ ਆ, ਤੇ 90 ਦਿਨਾਂ ਬਾਅਦ ਤੁਸੀਂ ਮੇਰੇ ਵਾਂਗੂ ਫਿਰ ਨੱਚਦੇ ਗਾਉਂਦੇ ਆਪਦੇ ਘਰਾਂ ਨੂੰ ਜਾਓ। ਜੀ ਬਹੁਤ ਧੰਨਵਾਦ ਗਰੇਵਾਲ, ਤੁਸੀਂ ਨਿਊਜ਼ ਏਸ਼ੀਆ ਪੰਜਾਬੀ ਦੇ ਦਰਸ਼ਕਾਂ ਤੱਕ ਆਪਣਾ ਤਜਰਬਾ ਤੇ ਆਪਣੀ ਜਿਹੜੀ ਰਾਏ ਉਹ ਸਾਂਝੀ ਕੀਤੀ। ਬਹੁਤ ਬਹੁਤ ਧੰਨਵਾਦ ਜੀ ਵੱਡੇ ਭਾਈ, ਚੰਗਾ ਲੱਗਿਆ ਸਾਨੂੰ ਵੀ ਤੁਹਾਡੇ ਨਾਲ ਗੱਲ ਕਰਕੇ। ਸ਼ੁਕਰੀਆ ਡਾਕਟਰ ਜੀ ਥੈਂਕ ਯੂ। ਔਰ ਮੈਂ ਸਪੈਸ਼ਲੀ ਧੰਨਵਾਦ ਕਰੂੰਗਾ ਗਰੇਵਾਲ ਸਾਹਿਬ ਦਾ, ਸਮਾਂ ਕੱਢਿਆ ਔਰ ਇਸ ਸੰਗਤ ਦਾ ਹਿੱਸਾ ਬਣੇ ਨੇ, ਔਰ ਅੱਛੀਆਂ ਰੂਹਾਂ ਦੀ ਸਾਨੂੰ ਹਮੇਸ਼ਾ ਲੋੜ ਹੈ। ਔਰ ਨਾਲ ਹੀ ਮੈਂ ਥੈਂਕਸ ਕਰੂੰਗਾ ਸਾਡੇ ਵੱਡੇ ਭਾਈ ਜਸਮੀਤ ਸਿੰਘ ਕੋਹਲੀ ਜੀ ਦਾ, ਔਰ ਇਹਨਾਂ ਦਾ ਕਾਫੀ ਵੱਡਾ ਯੋਗਦਾਨ ਰਿਹਾ ਹੈ, ਪੂਰੀ ਫੁੱਲ ਸਪੋਰਟ ਔਰ ਇਹਨਾਂ ਦੇ ਕੰਟੀਨਿਊ ਐਫਰਟ ਦੇ ਨਾਲ ਅੱਜ ਓਪਨਿੰਗ ਹੋ ਪਾਈ ਹੈ ਗੈਟਿੰਗ, ਔਰ ਇੱਕ ਟੀਮ ਵਰਕ ਸੀ। ਸੋ ਇਹ ਕੰਮ ਹੀ ਸਰਬੱਤ ਦੇ ਭਲੇ ਦਾ, ਔਰ ਇਕੱਠੇ ਹੋ ਕੇ ਆਪਾਂ ਸਾਰਿਆਂ ਨੇ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੀ ਔਰ ਜਨਰੇਸ਼ਨ ਨੂੰ ਇੱਕ ਲੰਬੀ ਉਮਰ ਲਈ ਤਿਆਰ ਕਰਨਾ ਹੈ।
ਤਾਂ ਸਾਨੂੰ ਆਪਣਾ ਕੁਝ ਥੋੜਾ ਯੋਗਦਾਨ ਤੇ ਚ ਇਨਵੋਲਵ ਕਰਨਾ ਪਏਗਾ, ਨਾ ਕਿ ਸਵਾਰਥੀ ਹੋ ਕੇ ਕਿ ਮੈਂ ਠੀਕ ਹੋ ਜਾਵਾਂ ਉਸ ਤੋਂ ਬਾਅਦ ਫਿਰ ਘਰ ਗ੍ਰਸਤੀ 'ਚ ਬਿਜ਼ੀ ਹੋ ਜਾਵਾਂ। ਜੀਵਨ ਦਾ 80% ਹਿੱਸਾ ਅਸੀਂ ਦੇ ਸਕਦੇ ਆਪਣੇ ਪਰਿਵਾਰ ਨੂੰ, ਲੇਕਿਨ ਜੀਵਨ ਦੀ ਜਿਹੜੀ ਅਖੀਰਲੇ ਪੜਾਅ ਨੇ 20% ਹਿੱਸੇ ਨੂੰ ਵੀ ਅਗਰ ਅਸੀਂ ਅਗਲੀ ਪੀੜ੍ਹੀ ਦੇ ਲਈ ਕੁਝ ਨਾ ਕੁਝ ਬਣਾ ਕੇ ਦੇ ਜਾਈਏ ਐਸੈਟਸ ਗਿਆਨ ਦੇ ਰੂਪ ਦੇ ਵਿੱਚ, ਤਾਂ ਉਹ ਬਹੁਤ ਕੁਝ ਨਵਾਂ ਬਣਾ ਸਕਦੀ ਹੈ। ਸੋ ਨੈਚੁਰਲ ਹੈਲਥ ਸਾਇੰਸਿਸ ਦੇ ਥਰੂ ਆਪਾਂ ਦੇਖੋ, ਪੈਦਾ ਅਸੀਂ ਉਸ ਧਰਤੀ ਤੇ ਹੋਏ ਹਾਂ, ਉਸ ਦੇਸ਼ 'ਚ ਹੋਏ ਹਾਂ, ਅਸੀਂ ਪੂਰੇ ਵਿਸ਼ਵ ਨੂੰ ਟ੍ਰੀਟਮੈਂਟ ਦੇ ਸਕਦੇ ਹਾਂ, ਠੀਕ ਹੈ। ਲੇਕਿਨ ਮੈਂ ਅਕਸਰ ਇੱਕ ਰਿਕੁਐਸਟ ਕਰਦਾ ਹਾਂ ਕਿ ਮੇਰਾ ਪਰਸਨਲੀ ਡ੍ਰੀਮ ਹੈ ਕਿ ਪਰਮੇਸ਼ਰ ਦੀ ਕਿਰਪਾ ਨਾਲ, ਇਹਨਾਂ ਵੱਡਿਆਂ ਦੀ ਆਸ਼ੀਰਵਾਦ ਨਾਲ ਉਹ ਇੱਕ ਦਿਨ ਦੇਖਣ ਨੂੰ ਮਿਲ ਜੇ ਇਸ ਧਰਤੀ ਤੇ ਜਾਣ ਤੋਂ ਪਹਿਲਾਂ, ਕਿ ਅਗਰ ਸਾਨੂੰ ਕੋਈ ਪੁੱਛੇ ਕਿ ਬਾਈ ਤੂੰ ਕਿਹੜੇ ਦੇਸ਼ ਤੋਂ ਆ, ਤੇ ਉਹਨੂੰ ਅਸੀਂ ਬਾਂਹ ਖੜੀ ਕਰਕੇ ਦੱਸ ਸਕੀਏ ਕਿ ਅਸੀਂ ਉਸ ਦੇਸ਼ 'ਚੋਂ ਆ ਜਿੱਥੇ ਕੋਈ ਹਸਪੀਟਲ ਖੋਲ੍ਹਣ ਦੀ ਸਾਨੂੰ ਲੋੜ ਹੀ ਨਹੀਂ ਪਈ, ਠੀਕ ਹੈ। ਤਾਂ ਉਹ ਤਾਂ ਹੀ ਹੋ ਸਕਦਾ ਅਗਰ ਅਸੀਂ ਹਰ ਘਰ ਦੇ ਵਿੱਚ ਇੱਕ ਡਾਕਟਰ ਪੈਦਾ ਕਰ ਦਈਏ ਪਰਿਵਾਰ ਨੂੰ ਤੰਦਰੁਸਤ ਰੱਖਣ ਵਾਲਾ। ਤਾਂ ਉਸੇ ਮਿਸ਼ਨ ਤੇ ਲੱਗੇ ਹੋਏ ਇੱਕ ਟੀਮ ਵਰਕ ਹੈ ਸਾਰਿਆਂ ਦਾ। ਸੋ ਥੈਂਕਸ ਬਾਈ ਜੀ ਦਾ ਵੀ ਔਰ ਜਸਮੀਤ ਸਿੰਘ ਕੋਹਲੀ ਜੀ ਦਾ ਵੀ, ਬੜਾ ਐਫਰਟਸ ਕੀਤਾ, ਤਾਂ ਹੀ ਅੱਜ ਆਪਾਂ ਗੁਰੂ ਸਾਹਿਬ ਦੇ ਚਰਨ ਤੋਂ ਆ ਪਾਏ ਇੱਥੇ। ਬਹੁਤ ਧੰਨਵਾਦ ਜੀ, ਬਹੁਤ। ਸੋ ਇਹ ਸਨ ਪ੍ਰਸਿੱਧ ਗਾਇਕ ਕਮਰ ਗਰੇਵਾਲ ਤੇ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸੈਂਟਰ ਦੀ ਓਪਨਿੰਗ ਹੋਈ ਹੈ। ਗਰੇਵਾਲ ਸਾਹਿਬ ਨੇ ਆਪਣੇ ਬਾਰੇ ਤਜਰਬਾ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ, ਉਹ ਡਾਕਟਰ ਵਰਿੰਦਰ ਸਿੰਘ ਭੁੱਲਰ ਉਹਨਾਂ ਨਾਲ ਜੁੜੇ, ਬੇਬੇ ਜੀ ਤੋਂ ਕਿਸ ਤਰ੍ਹਾਂ ਬੁਖਾਰ ਜਿਹੜਾ ਅੱਜ ਵੀ ਉਤਰਨ ਨਹੀਂ ਦੇ ਰਹੇ ਬੇਬਾ ਜੀ ਇਹਨਾਂ ਦਾ, ਤੇ ਬੇਬੇ ਜੀ ਤੋਂ ਕਿਸ ਤਰ੍ਹਾਂ ਅੱਜ ਵੀ ਜਿਹੜਾ ਉਹਨਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਵੀ ਅੱਜ ਵੀ ਜਿਹੜਾ ਉਹ ਬੇਬੇ ਜੀ ਦਾ ਦਬਦਬਾ ਉਹਨਾਂ ਦੇ ਉੱਤੇ ਪੂਰਾ ਹੈਗਾ, ਤੇ ਕਿਸ ਤਰੀਕੇ ਦੇ ਨਾਲ ਇੱਥੇ ਆ ਕੇ ਲੋਕੀ ਆਪਣਾ ਇਲਾਜ ਕਰਵਾਉਣ ਤੇ ਕੋਈ ਡਰ ਨਹੀਂ ਹੈਗਾ, ਕੋਈ ਸਾਈਡ ਇਫੈਕਟ ਨਹੀਂ ਹੈਗਾ ਕਿਸੇ ਤਰੀਕੇ ਦਾ। ਪੂਰੀ ਇਹਨਾਂ ਨੇ ਤਜਰਬਾ ਹਾਸਲ ਕੀਤਾ ਹੈ, ਦਵਾਈ ਆਪਣੇ ਪਿੰਡੇ ਦੇ ਉੱਤੇ ਹੰਢਾਈ ਹੈ ਪੂਰੀ, ਜਿਹੜਾ ਇਲਾਜ ਇਹ ਆਪਣੇ ਆਪ ਨੂੰ ਜਿਹੜਾ ਪਹਿਲਾਂ ਠੀਕ ਕਰ ਰਹੇ ਨੇ, ਫਿਰ ਤਜਰਬੇ ਦੇ ਆਧਾਰ ਦੇ ਉੱਤੇ ਤੁਹਾਨੂੰ ਇਹਨਾਂ ਨੇ ਦੱਸਿਆ ਹੈਗਾ ਕਿ ਇੱਥੇ ਆਓ ਤੇ ਆ ਕੇ ਆਪਣਾ ਇਲਾਜ ਕਰਵਾਓ। ਤੇ ਜੇਕਰ ਕੋਈ ਕਿਸੇ ਤਰੀਕੇ ਦੀ ਊਣਤਾਈ ਕਿਸੇ ਦੀ ਹੈਗੀ ਹੈ ਤਾਂ ਸਿਰਫ 90 ਦਿਨ ਦਾ ਸਮਾਂ ਲੱਗੇਗਾ, ਉਹ ਸਾਰੇ ਜਿਹੜੇ ਨੇ ਉਹ ਪੂਰੀ ਤਰ੍ਹਾਂ ਜਿਹੜੇ ਆ ਉਹ ਤੰਦਰੁਸਤ ਹੋ ਸਕਦੇ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਇਸ ਦਾ ਫਾਇਦਾ ਘਰ ਘਰ 'ਚ ਹੋਵੇ, ਹਰ ਬੰਦੇ ਨੂੰ ਇਸ ਇਲਾਜ ਦੇ ਸੰਬੰਧੀ ਜਾਣਕਾਰੀ ਮਿਲੇ ਤੇ ਰੋਗ ਤੋਂ ਮੁਕਤ ਹੋਣ। ਸੋ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।